ਕਿ ਤੁਹਾਨੂੰ ਨੌਲੇਜ ਇੰਪਾਰਟ ਕਰ ਰਹੀ ਹਾਂ, ਤੁਸੀਂ ਗੇਨ ਕਰ ਰਹੇ ਹੋ, ਠੀਕ ਆ। ਆਪਾਂ ਇਹਨੂੰ ਦੇਖ ਨਹੀਂ ਸਕਦੇ ਬਟ ਆਪਾਂ ਇਹਨੂੰ ਫੀਲ ਕਰ ਸਕਦੇ ਹਾਂ, ਸਮਝ ਸਕਦੇ ਹਾਂ। ਡਾਕਟਰ ਹੈ, ਠੀਕ ਹੈ, ਉਹ ਤੁਹਾਡਾ ਟਰੀਟਮੈਂਟ ਕਰ ਰਿਹਾ ਵਾ। ਬੈਂਕ ਦੇ ਵਿੱਚ ਤੁਹਾਨੂੰ ਸਰਵਿਸਿਜ਼ ਮਿਲ ਰਹੀਆਂ। ਤਾਂ ਇਹ ਸਾਰੀਆਂ ਜਿਹੜੀਆਂ ਹੁੰਦੀਆਂ ਨੇ ਸਰਵਿਸਿਜ਼, ਯਾਨੀ ਕਿ ਇੱਕ ਦੇਸ਼ ਦੇ ਵਿੱਚ ਜਿੰਨੀਆਂ ਵੀ ਫਾਈਨਲ ਚੀਜ਼ਾਂ ਬਣ ਕੇ ਹੋਈਆਂ ਵਾ ਔਰ ਜਿਹੜੀਆਂ ਵੀ ਸਰਵਿਸਿਜ਼ ਤੁਹਾਨੂੰ ਮਿਲੀ ਆ, ਉਹਦੀ ਜਿਹੜੀ ਵੈਲਿਊ ਆ, ਠੀਕ ਹੈ, ਉਹਦੇ ਟੋਟਲ ਨੂੰ ਅਸੀਂ ਕੀ ਬੋਲ ਦਿੰਦੇ ਹਾਂ, ਨੈਸ਼ਨਲ ਪ੍ਰੋਡਕਟ। ਹੁਣ ਸਮਾਂ ਲੱਗ ਗਿਆ ਨੈਸ਼ਨਲ ਪ੍ਰੋਡਕਟ ਕੀ ਹੁੰਦਾ, ਉਹ ਵੀ 1 ਸਾਲ ਦੇ ਵਿੱਚ, ਠੀਕ ਹੈ। 1 ਸਾਲ ਦੇ ਵਿੱਚ ਇੱਕ ਦੇਸ਼ ਦੇ ਅੰਦਰ ਜਿੰਨੀਆਂ ਵੀ ਚੀਜ਼ਾਂ ਪ੍ਰੋਡਿਊਸ ਹੋਈਆਂ ਨੇ, ਗੁੱਡਸ ਐਂਡ ਸਰਵਿਸਿਜ਼, ਉਹਨਾਂ ਦੀ ਜਿਹੜੀ ਮੋਨੀਟਰੀ ਵੈਲਿਊ ਆ, ਉਹਨੂੰ ਅਸੀਂ ਨੈਸ਼ਨਲ ਪ੍ਰੋਡਕਟ ਬੋਲਦੇ ਹਾਂ, ਠੀਕ ਹੈ। ਇੱਥੇ ਤੱਕ ਸਮਝ ਲੱਗ ਗਿਆ? ਡੈਫੀਨੇਸ਼ਨ ਵੀ ਕਲੀਅਰ ਹੋ? ਹਾਂਜੀ, ਓਕੇ। ਨੈਸ਼ਨਲ ਪ੍ਰੋਡਕਟ ਬੱਚੇ ਇਹੀ 1 ਸਾਲ ਦੇ ਅੰਦਰ ਅਗਰ ਜਿੰਨੀਆਂ ਵੀ ਜਿਹੜੀਆਂ ਚੀਜ਼ਾਂ ਤੇ ਸਰਵਿਸਿਜ਼ ਜਿਹੜੀਆਂ ਪ੍ਰੋਡਿਊਸ ਹੋਈਆਂ ਨੇ, ਉਹਨਾਂ ਦੀ ਮੋਨਿਟਰੀ ਵੈਲਿਊ। ਜੋ ਨੈਸ਼ਨਲ ਇਨਕਮ ਹੈ ਉਹੀ, ਠੀਕ ਹੈ। ਨੈਸ਼ਨਲ ਇਨਕਮ 'ਚ ਅਸੀਂ ਮੋਨਿਟਰੀ ਵੈਲਿਊ ਨੂੰ ਪਲੱਸ ਕਰ ਰਹੇ ਹਾਂ ਨਾ, ਐਡ ਕਰ ਰਹੇ ਹਾਂ, ਸਮ ਕਰ ਰਹੇ ਹਾਂ। ਚਾਹੇ ਮੋਨਿਟਰੀ ਵੈਲਿਊ ਕਹਿ ਲਓ, ਚਾਹੇ ਫੈਕਟਰ ਆਫ ਪ੍ਰੋਡਕਸ਼ਨ ਦੀ ਜਿਹੜੀ ਇਨਕਮ ਹੈ ਉਹਨੂੰ ਕਹਿ ਲਓ, ਦੋਨੋਂ ਸੇਮ ਹੈ, ਠੀਕ ਹੈ। ਦੇਖੋ ਇਕਨੋਮਿਕਸ ਜਿਹੜੀ ਹੈਗੀ ਆ, ਇਟਸ ਅ ਵੈਰੀ ਵੈਰੀ ਸਿੰਪਲ ਥਿੰਗ। ਆਪਾਂ ਡੇਲੀ ਲਾਈਫ ਦੇ ਵਿੱਚ ਜੋ ਵੀ ਕਰ ਰਹੇ ਇਕਨੋਮਿਕਸ ਹੈ, ਠੀਕ ਹੈ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ। ਆਪਾਂ ਬਚਪਨ ਤੋਂ ਇਕਨੋਮਿਕਸ ਕਰ ਰਹੇ ਹਾਂ, ਠੀਕ ਹੈ। ਜਦੋਂ ਤੁਸੀਂ ਛੋਟੇ ਹੁੰਦੇ ਸੀਗੇ, ਤੁਹਾਡੇ ਮੰਮੀ ਪਾਪਾ ਤੁਹਾਨੂੰ 10 ਰੁਪਏ ਦਿੰਦੇ ਕਿ ਆਲੋ ਚੀਜ਼ ਖਾ ਲਓ, ਹੈ ਨਾ। ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਸ਼ੋਪ ਹੈ, ਉੱਥੇ 10 ਰੁਪਏ ਦਾ ਇੱਕ ਸਮੋਸਾ ਮਿਲਦਾ, ਇੱਕ ਸ਼ੋਪ ਤੇ 10 ਰੁਪਏ ਦੇ 2 ਸਮੋਸੇ ਮਿਲਦੇ, ਕਿਹੜੀ ਸ਼ੋਪ ਤੇ ਜਾਓਗੇ? ਛੇਤੀ ਛੇਤੀ ਦੱਸੋ, ਕਿਹੜੀ ਸ਼ੋਪ ਤੇ ਜਾਓ? ਜਿੱਥੇ 2 ਸਮੋਸੇ ਮਿਲਦੇ ਓਬਵੀਅਸਲੀ। ਤਾਂ ਤੁਸੀਂ ਕੀ ਆ, ਦਿਸ ਇਜ਼ ਇਕਨੋਮਿਕਸ, ਠੀਕ ਹੈ। ਤਾਂ ਜਿਹੜੇ 10 ਰੁਪਏ ਆ, ਇਹ ਤੁਹਾਡਾ ਸਾਧਨ ਨੇ, ਰਿਸੋਰਸ ਨੇ, ਠੀਕ ਹੈ। ਯਾਨੀ ਕਿ ਇਹ ਤੁਹਾਡਾ ਸਾਧਨ ਹੈ, ਤੁਹਾਡੀ ਨੀਡ, ਤੁਹਾਡੀ ਜ਼ਰੂਰਤ ਕੀ ਹੈ, ਭੁੱਖ ਲੱਗੀ ਹੈ ਤੁਹਾਨੂੰ, ਠੀਕ ਹੈ। ਤਾਂ ਤੁਹਾਡੀ ਜ਼ਰੂਰਤ ਨੂੰ ਪੂਰੀ ਕਰਨ ਦਾ ਸਾਧਨ ਕੀ ਹੈ, 10 ਰੁਪਏ। ਹੁਣ ਦੇਖੋ, ਹੁਣ ਤੁਸੀਂ ਚਾਹੁੰਦੇ ਆ, ਤੁਹਾਡੇ ਕੋਲ ਪੈਸੇ ਤਾਂ 10 ਰੁਪਏ ਹੈ, ਤੁਸੀਂ ਚਾਹੁੰਦੇ ਆ ਕਿ ਯਾਰ ਹੁਣ ਅਸੀਂ ਇੱਕ ਚਾਕਲੇਟ ਵੀ ਖਾਈਏ। ਹੌਲੀ ਹੌਲੀ ਤੁਹਾਡੀ ਨਿਗਾਹ ਜਲੇਬੀਆਂ ਤੇ ਵੀ ਚਲ ਗਈ। ਤੁਸੀਂ ਤਾਂ ਰੰਗ ਬਿਰੰਗੀਆਂ ਚੀਜ਼ਾਂ ਖਾਣ ਨੂੰ ਫਿਰਦੇ ਪਏ, ਹਨਾ। ਪੈਸੇ ਤੁਹਾਡੇ ਕੋਲ ਸਿਰਫ ਹੈਗੇ ਆ 10 ਰੁਪਏ। ਤਾਂ ਯਾਨੀ ਕਿ ਹੁਣ ਤੁਹਾਨੂੰ ਚੂਜ਼ ਕਰਨਾ ਪੈਣਾ, ਤੁਸੀਂ ਕੀ ਕਰੋਗੇ? ਆਪਣੀ ਫੇਵਰਟ ਚੀਜ਼, ਠੀਕ ਹੈ, ਚਾਹੇ ਤੁਹਾਨੂੰ ਚਾਕਲੇਟ ਅੱਛੀ ਲੱਗਦੀ ਆ, ਠੀਕ ਹੈ, ਚਾਹੇ ਤੁਹਾਨੂੰ ਜਲੇਬੀ ਅੱਛੀ ਲੱਗਦੀ ਆ, ਚਾਹੇ ਤੁਹਾਨੂੰ ਸਮੋਸੇ ਅੱਛੇ ਲੱਗਦੇ ਆ, ਤੇ ਤੁਸੀਂ ਉਹ ਚੀਜ਼ ਖਰੀਦੋਗੇ ਜਿਹੜੀ ਚੀਜ਼ ਦੀ, ਹੈਲੋ, ਜਿਹੜੀ ਚੀਜ਼ ਤੁਹਾਡੀ ਸਭ ਤੋਂ ਜ਼ਿਆਦਾ ਫੇਵਰਟ ਹੈ, ਠੀਕ ਹੈ। ਤਾਂ ਯਾਨੀ ਕਿ ਹੁਣ ਤੁਹਾਡੇ ਕੋਲ ਰਿਸੋਰਸ ਕੀ ਹੈ, ਲਿਮਿਟਿਡ ਹੈ, ਠੀਕ ਹੈ। ਓਨਲੀ 10 ਰੁਪਏ ਆ, ਬਟ ਤੁਹਾਡੀਆਂ ਡਿਮਾਂਡਾਂ ਦੇਖੋ ਕਿੰਨੀਆਂ ਜ਼ਿਆਦੀਆਂ। ਆ ਸਾਰੀਆਂ ਚੀਜ਼ਾਂ, ਤੁਸੀਂ ਚਾਕਲੇਟ ਵੀ ਖਾਣਾ ਚਾਹੁੰਦੇ ਹੋ, ਜਲੇਬੀ ਵੀ ਖਾਣਾ ਚਾਹੁੰਦੇ ਹੋ, ਸਮੋਸੇ ਵੀ ਖਾਣਾ ਚਾਹੁੰਦੇ ਹੋ, ਤੁਸੀਂ ਤਾਂ ਪਾਰਟੀ ਮਨਾਉਣ ਨੂੰ ਫਿਰ ਰਹੇ ਹੋ, ਹੈ ਨਾ। ਤੋ ਬਟ ਤੁਹਾਡੀ ਜਿਹੜੀ ਰਿਸੋਰਸ ਸਿਰਫ ਤੁਹਾਡੇ ਕੋਲ 10 ਰੁਪਏ ਹੈ, ਠੀਕ ਹੈ। ਤਾਂ ਹੁਣ ਇੱਥੇ ਤੁਹਾਨੂੰ ਕੀ ਕਰਨਾ ਪੈਣਾ? ਤੁਹਾਨੂੰ ਚੂਜ਼ ਕਰਨਾ ਪੈਣਾ। ਯਾਨੀ ਕਿ ਤੁਹਾਡੀਆਂ ਨੀਡਸ ਕੀ ਨੇ, ਦੇਖੋ ਤੁਹਾਡੀਆਂ ਨੀਡਸ ਕੀ ਨੇ, ਅਨਲਿਮਿਟਿਡ ਹੈ ਨਾ। ਜ਼ਰੂਰਤਾਂ ਤੁਹਾਡੀਆਂ ਕੀ ਨੇ? ਜ਼ਰੂਰਤਾਂ ਨੇ ਤੁਹਾਡੀਆਂ ਅਨਲਿਮਿਟਿਡ, ਅਸੀਮਿਤ ਨੇ, ਠੀਕ ਹੈ। ਤੁਸੀਂ ਕਹਿੰਦੇ ਸਾਨੂੰ ਇੰਨੇ ਰੁਪਏ 'ਚ ਆਹ ਵੀ ਮਿਲ ਜਾਵੇ, ਆਹ ਵੀ ਮਿਲ ਜਾਵੇ, ਪਰ ਪੋਸੀਬਲ ਨਹੀਂ ਹੈ। ਬਟ ਤੁਹਾਡੇ ਕੋਲ ਜਿਹੜੇ ਸਾਧਨ ਨੇ ਉਹ ਕੀ ਨੇ? ਲਿਮਿਟਿਡ ਨੇ, ਠੀਕ ਹੈ, ਸਿਰਫ 10 ਰੁਪਏ ਹੈ। ਤਾਂ ਹੁਣ 10 ਰੁਪਏ ਦੇ ਵਿੱਚ ਤੁਸੀਂ ਚੁਆਇਸ ਕਰੋਗੇ ਕਿ ਤੁਸੀਂ ਕੀ ਇੱਕ ਚਾਕਲੇਟ ਲਓਗੇ, ਜਾਂ ਜਲੇਬੀਆਂ ਲਓਗੇ, ਜਾਂ ਸਮੋਸੇ ਲਓਗੇ। ਉੱਥੇ ਜੇ ਹੁਣ ਮੰਨ ਲਓ ਚਾਕਲੇਟ ਵੀ ਤੁਹਾਡੀ ਫੇਵਰੇਟ ਹੈ, ਤੁਸੀਂ ਹੁਣ ਇੱਥੇ ਇਹ ਸੋਚਣਾ ਕਿ ਬਈ ਚਾਕਲੇਟ ਤਾਂ 10 ਦੀ ਇੱਕ ਛੋਟੀ ਜਿਹੀ ਆਣੀ ਹੈ, ਉਹਦੇ ਨਾਲ ਤਾਂ ਸਾਡਾ ਢਿੱਡ ਨਹੀਂ ਭਰਨਾ ਹੈਗਾ। ਤੁਸੀਂ ਫਿਰ ਕਿੱਥੇ ਜਾਓਗੇ? ਤੁਸੀਂ ਜਾਓਗੇ ਸਮੋਸਿਆਂ ਤੇ, ਕਿ ਨਹੀਂ ਨਹੀਂ ਯਾਰ, ਐਟਲੀਸਟ 2 ਸਮੋਸੇ ਮਿਲ ਜਾਣਗੇ, ਮੇਰੀ ਭੁੱਖ ਤਾਂ ਸ਼ਾਂਤ ਹੋ ਜਾਏਗੀ, ਠੀਕ ਹੈ। ਯਾਨੀ ਕਿ ਇਹੀ ਬੱਚੇ ਇਕਨੋਮਿਕਸ ਹੈ। ਜਿਹੜੇ ਸਾਡੇ ਸਾਧਨ ਸੀਮਿਤ ਨੇ ਔਰ ਜ਼ਰੂਰਤਾਂ ਸਾਡੀਆਂ ਅਸੀਮਿਤ ਨੇ, ਅਸੀਂ ਸੀਮਿਤ ਸਾਧਨਾਂ ਦੇ ਨਾਲ ਅਸੀਂ ਆਪਣੀਆਂ ਅਸੀਮਿਤ ਜ਼ਰੂਰਤਾਂ ਨੂੰ ਕਿੱਦਾਂ ਪੂਰਾ ਕਰਨਾ ਵਾ, ਫਿਰ ਅਸੀਂ ਚੂਜ਼ ਕਰਦੇ ਹਾਂ ਕਿਹੜੀ ਜ਼ਰੂਰਤ ਸਾਡੀ ਸਭ ਤੋਂ ਪਹਿਲਾਂ ਜ਼ਿਆਦਾ ਜ਼ਰੂਰੀ ਹੈ, ਅਸੀਂ ਉੱਤੇ ਪੈਸੇ ਖਰਚਾਂਗੇ। ਇਹੀ ਇਕਨੋਮਿਕਸ ਹੈ, ਠੀਕ ਹੈ। ਔਰ ਜਾਂ ਫਿਰ ਹੁਣ ਦੇਖੋ, ਤੁਸੀਂ ਕਹਿ ਲਓ ਕਿ ਸਾਡੀਆਂ ਜ਼ਰੂਰਤਾਂ ਕਿੱਦਾਂ ਅਸੀਮਿਤ ਹੈ। ਪਹਿਲਾਂ ਸਾਡੇ ਕੋਲ ਸਾਈਕਲ ਹੁੰਦਾ ਹੈ, ਫਿਰ ਆਪਾਂ ਕਹਿੰਦੇ ਬਾਈਕ ਹੋਵੇ, ਫਿਰ ਆਪਾਂ ਕਹਿੰਦੇ ਨਹੀਂ ਨਹੀਂ ਸਾਡੇ ਕੋਲ ਗੱਡੀ ਹੋਵੇ। ਤਾਂ ਜ਼ਰੂਰਤਾਂ ਤਾਂ ਸਾਡੀਆਂ ਅਨਲਿਮਿਟਿਡ ਨੇ, ਠੀਕ ਹੈ, ਪਰ ਰਿਸੋਰਸਿਸ ਸਾਡੇ ਲਿਮਿਟਿਡ ਨੇ। ਜਿੰਨੇ ਸਾਡੇ ਰਿਸੋਰਸਿਸ ਹੋਣਗੇ, ਅਸੀਂ ਉਹਨਾਂ ਦੇ ਵਿੱਚ ਹੀ ਆਪਣੀ ਜ਼ਰੂਰਤ ਨੂੰ ਸੈਟਿਸਫਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਇਹੀ ਇਕਨੋਮਿਕਸ ਹੁੰਦੀ ਹੈ, ਠੀਕ ਹੈ। ਹੁਣ ਸਮਝ ਲੱਗਾ ਅਸੀਂ ਕੀ ਪੜ੍ਹ ਰਹੇ ਹਾਂ, ਕਿਹਦੇ ਬਾਰੇ ਪੜ੍ਹ ਰਹੇ ਹਾਂ। ਔਰ ਚਾਹੇ ਦੇਖ ਲਓ ਤੁਹਾਡੇ ਘਰ ਦੇ ਵਿੱਚ ਜਦੋਂ
ਹਾਂ, ਜਦੋਂ ਸਾਡੇ ਘਰ 'ਚ ਸੈਲਰੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਬਜਟ ਬਣਾਉਂਦੇ ਨਾ, ਦੁੱਧ ਵਾਲੇ ਦੇ ਪੈਸੇ ਦੇ ਦਿਓ, ਰਾਸ਼ਨ ਦੇ ਪੈਸੇ ਕੱਢ ਲਓ, ਹਨਾ। ਫਿਰ ਐਂਡ ਦੇ ਵਿੱਚ ਸਾਡੇ ਕੋਲ ਕੁਛ ਆਪਾਂ ਪੈਸੇ ਸੇਵ ਵੀ ਕਰਦੇ ਹਾਂ, ਠੀਕ ਹੈ। ਤਾਂ ਇਹੀ ਇਕਨੋਮਿਕਸ ਆਪਾਂ ਡੇ ਟੂ ਡੇ ਲਾਈਫ 'ਚ ਕਰ ਰਹੇ ਹਾਂ, ਠੀਕ ਹੈ। ਹੁਣ ਆ ਜਾਓ ਅੱਗੇ, ਐਗਜ਼ਾਮਪਲ ਦੇਖੋ। ਹੁਣ ਐਗਜ਼ਾਮਪਲ ਤੋਂ ਪਹਿਲਾਂ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹਾਂਗੀ। ਮਾਈਕ ਮਿਊਟ ਕਰੋ। ਹਾਂਜੀ, ਹੁਣ ਦੇਖੋ ਬੱਚੇ, ਨੈਕਸਟ ਆ ਜਾਓ। If the quantity of national product is multiplied by the current price, we call it national income at current price or monetary, ठीक है, ਇਨਕਮ। ਹੁਣ ਇੱਥੇ ਇੱਕ ਨਵਾਂ ਕੰਸੈਪਟ ਆਇਆ ਹੈ, ਛੋਟਾ ਜਿਹਾ, ਛੋਟੇ ਛੋਟੇ ਮੀਨਸ ਕੀ ਕੰਸੈਪਟ ਨੇ, ਆਪਾਂ ਇੰਨਾ ਵਾਸਟ 'ਚ ਨਹੀਂ ਕਰਨਾ, ਮੈਂ ਤੁਹਾਨੂੰ ਜਿੰਨਾ ਕੁ ਜ਼ਰੂਰੀ ਆ ਉਨਾ ਕੁ ਦੱਸੂਗੀ, ਠੀਕ ਹੈ। ਇਹ ਹੋ ਗਿਆ ਵਾ, ਇਹਨੂੰ ਆਪਾਂ ਬੋਲਦੇ ਆ ਨੈਸ਼ਨਲ ਇਨਕਮ ਐਟ ਕਰੰਟ ਪ੍ਰਾਈਸ, ਠੀਕ ਹੈ। ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਲਿਖਦੇ ਆ। ਕਰੰਟ ਕੀ ਹੁੰਦੇ? ਕਰੰਟ ਮਤਲਬ ਚਾਲੂ, ਪ੍ਰਾਈਜ਼ ਮਤਲਬ ਕੀਮਤਾਂ, ਯਾਨੀ ਕਿ ਇਸ ਵਕਤ ਬਾਜ਼ਾਰ ਦੇ ਵਿੱਚ ਜੋ ਕੀਮਤਾਂ ਚੱਲ ਰਹੀਆਂ ਨੇ, ਠੀਕ ਹੈ, ਉਸ ਕੀਮਤ ਤੇ ਸਾਡੀ ਪੂਰੇ ਨੇਸ਼ਨ ਦੀ ਇਨਕਮ ਕੀ ਬਣਦੀ ਹੈ। ਦੇਖੋ, ਕੀਮਤਾਂ ਚਾਲੂ ਹੋਣਗੀਆਂ, ਉਹ ਜਿਹੜੀ ਕੀਮਤ ਦੇ ਕੇ ਅਸੀਂ ਚੀਜ਼ ਖਰੀਦ ਰਹੇ ਹਾਂ, ਠੀਕ ਹੈ। ਮੰਨ ਲਓ ਅਸੀਂ ਅਗਰ ਐਜ਼ ਆ ਕੰਜ਼ਿਊਮਰ ਆ, ਠੀਕ ਹੈ, ਕੰਜ਼ਿਊਮਰ ਮਤਲਬ ਆਪਾਂ ਖਰੀਦਦਾਰ ਆ, ਠੀਕ ਹੈ। ਆਪਾਂ ਕਿਸੇ ਕੋਲੋਂ ਚੀਜ਼ ਜਦੋਂ ਖਰੀਦਦੇ ਹਾਂ, ਦੂਜੇ ਬੰਦੇ ਨੂੰ ਅਸੀਂ ਉਹਦੇ ਬਦਲੇ 'ਚ ਪੈਸੇ ਦਿੰਦੇ ਹਾਂ, ਸਾਡੇ ਵੱਲੋਂ ਖਰਚਾ ਹੋਇਆ ਅਗਲੇ ਬੰਦੇ ਦੀ ਉਹ ਕੀ ਹੈ? ਇਨਕਮ, ਠੀਕ ਆ। ਉਸ ਬੰਦੇ ਦੀ ਉਹ ਸੈਲਰੀ ਬਣ ਜਾਂਦੀ ਹੈ। ਯਾਨੀ ਕਿ ਜੋ ਵੀ ਪ੍ਰਾਈਜ਼ ਅਸੀਂ ਇਸ ਵਕਤ ਪੇ ਕਰ ਰਹੇ ਹਾਂ, ਉਹਦੇ ਤੇ ਜਿਹੜੀ ਸੈਲਰੀ ਬੰਦੇ ਨੂੰ ਹੋ ਰਹੀ ਆ, ਠੀਕ ਹੈ, ਉਹਨੂੰ ਆਪਾਂ ਕੀ ਬੋਲਦੇ ਆ? ਇਫ ਦਾ ਕੁਆਂਟਿਟੀ। ਹੁਣ ਦੇਖੋ, ਨੈਸ਼ਨਲ ਇਨਕਮ ਅਸੀਂ ਕਿੱਦਾਂ ਕਾਊਂਟ ਕਰਾਂਗੇ? ਨੈਸ਼ਨਲ ਇਨਕਮ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਸਟ ਸ਼ੋਪਕੀਪਰ ਦੀ ਹੀ ਕਰਦੀ ਹਾਂ, ਹਨਾ। ਮੰਨ ਲਓ ਇੱਕ ਬੁੱਕ ਸ਼ੋਪਕੀਪਰ ਹੈ, ਮੀਨਸ ਕਿ ਸਟੇਸ਼ਨਰੀ ਦੀ ਸ਼ੋਪ ਹੈ। ਅਗਰ ਉਹਨੇ 10 ਨੋਟਬੁੱਕਸ ਵੇਚੀਆਂ ਨੇ, ਠੀਕ ਹੈ, ਕਿੰਨੀਆਂ ਨੋਟਬੁੱਕਸ ਵੇਚੀਆਂ ਨੇ? 10। ਔਰ ਇੱਕ ਨੋਟਬੁੱਕ ਕਿੰਨੇ ਰੁਪਏ ਦੀ ਹੈ? 10 ਰੁਪਏ ਦੀ। ਤਾਂ ਅਗਰ ਉਹਨੇ ਆਪਣੀ ਇਨਕਮ ਕਾਊਂਟ ਕਰਨੀ ਹੈ ਤਾਂ ਕਿੱਦਾਂ ਕਰੇਗਾ? ਦੱਸੋ ਮੈਨੂੰ, ਉਹਨੂੰ ਕਿੰਨੀ ਇਨਕਮ ਹੋਈ? ਫਟਾਫਟ, ਹਰੀ ਅਪ। ਹੈਲੋ, ਇੱਕ ਮੰਨ ਲਓ ਸ਼ਾਪਕੀਪਰ ਹੈ, ਠੀਕ ਹੈ, ਉਹਨੇ 10 ਨੋਟਬੁੱਕਸ ਵੇਚੀਆਂ ਨੇ, ਠੀਕ ਹੈ। ਤਾਂ ਇੱਕ ਨੋਟਬੁੱਕ 10 ਰੁਪਏ ਦੀ ਹੈ, ਤਾਂ ਉਹਦੀ ਇੱਕ ਸੈਲਰੀ ਕਿੰਨੀ ਹੋਈ ਫਿਰ? ਮੰਨ ਲਓ, ਹਾਂ, ਐਬਸੋਲਿਊਟਲੀ ਰਾਈਟ। ਤਾਂ ਉਹਦੀ ਸੈਲਰੀ ਕਿੰਨੀ ਹੋ ਗਈ? 100। ਇੱਥੇ ਹੁਣ ਧਿਆਨ ਨਾਲ ਦੇਖੋ ਕਿ ਕੀ ਲਿਖਿਆ ਹੋਇਆ ਹੈ ਕਿ ਇਫ ਦਾ ਕੁਆਂਟਿਟੀ ਆਫ ਨੈਸ਼ਨਲ ਪ੍ਰੋਡਕਟ ਇਜ਼ ਮਲਟੀਪਲਾਈਡ ਬਾਈ ਦਾ ਕਰੰਟ ਪ੍ਰਾਈਸ। ਕੁਆਂਟਿਟੀ ਆਫ ਨੈਸ਼ਨਲ ਪ੍ਰੋਡਕਟ ਮਤਲਬ ਕਿ ਨੇਸ਼ਨ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਪ੍ਰੋਡਿਊਸ ਹੋਈਆਂ ਨੇ, ਠੀਕ ਆ, ਜਿੰਨੀਆਂ ਵੀ ਮਤਲਬ ਕਿ ਆਲ ਓਵਰ ਦਾ ਆਪਣੀ ਕੰਟਰੀ ਦੇ ਵਿੱਚ ਇੱਕ ਸਾਲ ਦੇ ਅੰਦਰ ਜਿੰਨੀਆਂ ਵੀ ਚੀਜ਼ਾਂ ਪ੍ਰੋਡਿਊਸ ਹੋਈਆਂ ਨੇ, ਉਹਨਾਂ ਨੂੰ ਅਸੀਂ ਮਲਟੀਪਲਾਈ ਕਾਹਦੇ ਨਾਲ ਕਰਨਾ ਵਾ? ਜਿੰਨੀਆਂ ਉਹ ਚੀਜ਼ਾਂ ਵਿਕੀਆਂ ਨੇ, ਤਾਂ ਹੀ ਤਾਂ ਇਨਕਮ ਆਏਗੀ, ਠੀਕ ਹੈ ਨਾ। ਤਾਂ ਹੀ ਤਾਂ ਪਤਾ ਲੱਗੇਗਾ ਕਿ ਪੂਰੇ ਦੇ ਪੂਰੇ ਨੇਸ਼ਨ ਦੀ ਕੀ ਇਨਕਮ ਹੈ। ਸਮਝ ਲੱਗੀ ਹੁਣ ਗੱਲ? ਹਾਂ, ਠੀਕ ਹੈ, ਐਬਸੋਲਿਊਟਲੀ ਰਾਈਟ, 100। ਤਾਂ ਠੀਕ ਹੈ, ਉਸੇ ਤਰ੍ਹਾਂ ਆਪਾਂ ਹੁਣ ਇੱਕ ਸ਼ੌਪਕੀਪਰ ਦੇ ਮੀਨਸ ਕਿ ਐਗਜ਼ਾਮਪਲ ਲਿੱਤੀ ਹੈ, ਬਟ ਅਗਰ ਅਸੀਂ ਪੂਰੀ ਦੀ ਪੂਰੀ ਇਕੋਨਮੀ ਦੀ ਵੀ ਇਨਕਮ ਕੱਢਣੀ ਹੈ ਤਾਂ ਉਹ ਵੀ ਇੱਦਾਂ ਹੀ ਨਿਕਲੇਗੀ, ਠੀਕ ਹੈ। ਕਿ ਸਪੋਜ਼ ਕਰੋ ਕਿ ਅਗਰ ਮੀਨਸ ਕਿ ਪੂਰੀ ਦੀ ਪੂਰੀ ਇਕੋਨਮੀ ਦੇ ਵਿੱਚ ਜਿੰਨੀਆਂ ਵੀ ਬੁੱਕਸ ਸੈਲਰਸ ਦੀਆਂ ਬੁੱਕਸ ਨੇ, ਟੋਟਲ ਜਿੰਨੀਆਂ ਵੀ ਇੱਕ ਸਾਲ ਦੇ ਵਿੱਚ ਬੁੱਕਸ ਵਿਕੀਆਂ ਨੇ, ਠੀਕ ਹੈ। ਤਾਂ ਅਸੀਂ ਕਿੱਦਾਂ ਪਤਾ ਕਰਾਂਗੇ ਕਿ ਉਹਨਾਂ ਨੂੰ ਵੇਚ ਕੇ ਕਿੰਨੀ ਸੈਲਰੀ ਹੋਈ ਆ? ਆਪਾਂ ਉਹਨਾਂ ਦੀ ਕੁਆਂਟਿਟੀ ਦੇ ਨਾਲ ਮਲਟੀਪਲਾਈ ਕਰ ਦਾਂਗੇ, ਠੀਕ ਹੈ। ਸਾਲ 'ਚ ਅਗਰ 100 ਬੁੱਕਸ ਹੋਈਆਂ, 100 ਬੁੱਕਸ ਮੀਨਸ ਕਿ ਵਿਕੀਆਂ ਨੇ, ਤਾਂ 10 ਗੁਣਾ 100, 1000 ਇੱਕ ਸਾਲ ਦੀ ਸੈਲਰੀ, ਠੀਕ ਹੈ। ਤਾਂ ਇਹਨੂੰ ਆਪਾਂ ਬੋਲ ਦਿੰਦੇ ਹਾਂ ਕਰੰਟ ਪ੍ਰਾਈਸ। ਮਤਲਬ ਕਿ ਮੇਨ ਆਪਾਂ ਕਰੰਟ ਪ੍ਰਾਈਸ ਦੀ ਗੱਲ ਕਰ ਰਹੇ ਸੀ। ਅਗਰ ਇਸ ਸਾਲ ਇੱਕ ਨੋਟਬੁੱਕ 10 ਰੁਪਏ ਦੀ ਵਿਕ ਰਹੀ ਹੈ, ਤਾਂ ਕੀ ਹੋ ਜਾਏਗਾ? ਉਸ ਸਾਲ ਦਾ ਨੈਸ਼ਨਲ ਇਨਕਮ ਐਟ ਕਰੰਟ ਪ੍ਰਾਈਸ, ਠੀਕ ਹੈ। ਜੋ ਚਾਲੂ, ਕਰੰਟ ਮਤਲਬ ਹੁੰਦਾ ਚਾਲੂ ਕੀਮਤਾਂ ਤੇ। ਸਮਝ ਲੱਗ ਗਿਆ ਇੱਥੇ ਤੱਕ? ਇਹਨੂੰ ਅਸੀਂ ਨੈਸ਼ਨਲ ਇਨਕਮ ਐਟ ਕਰੰਟ ਪ੍ਰਾਈਸ ਵੀ ਬੋਲ ਦਿੰਦੇ ਹਾਂ, ਔਰ ਇਹਨੂੰ ਆਪਾਂ ਮੋਨੇਟਰੀ ਇਨਕਮ ਵੀ ਬੋਲਦੇ ਹਾਂ, ਠੀਕ ਹੈ। ਤਾਂ ਇੱਥੇ ਜਿੰਨੇ ਵੀ ਮੀਨਸ ਕਿ ਦੂਸਰੇ ਆਪਾਂ ਨੈਸ਼ਨਲ ਇਨਕਮ ਐਟ ਕਰੰਟ ਪ੍ਰਾਈਸ ਨੂੰ ਕੀ ਬੋਲਦੇ ਹਾਂ? ਹੋਰ ਆਪਾਂ ਮੋਨੇਟਰੀ ਇਨਕਮ, ਯਾਨੀ ਕਿ ਮੋਨੀਟਰੀ ਮਨੀ। ਤਾਂ ਮਨੀ ਦੇ ਰੂਪ 'ਚ ਸਾਡੇ ਕੋਲ ਟੋਟਲ ਕਿੰਨੀ ਇਨਕਮ ਆਈ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੋਟ ਕਰਦੇ ਰਹੋ, ਜਿੱਥੇ ਡਾਊਟ ਹੋਏਗਾ ਤਾਂ ਪੁੱਛਦੇ ਰਹੀਓ, ਠੀਕ ਹੈ। ਇਹ ਕਲੀਅਰ ਹੋ ਗਿਆ?